ਸ੍ਰੀ ਦਰਬਾਰ ਸਾਹਿਬ ਵਿਖੇ ਜਿਹੜੀ ਬੇਅਦਬੀ ਦੀ ਘਟਨਾ ਹੋਈ, ਤੁਸੀਂ ਦੇਖੋ ਵੀ ਉਹ ਸਾਰੀ ਦੀ ਸਾਰੀਆਂ ਘਟਨਾਵਾਂ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਚੋਣਾਂ ਤੋਂ ਪਹਿਲਾਂ ਆਰਕੈਸਟ੍ਰੇਟ ਕੀਤਾ ਗਿਆ ਸੀ। ਅੱਜ ਮੈਂ ਗੱਲ ਠੋਕ ਕੇ ਦਾਅਵੇ ਨਾਲ ਕਹਿ ਸਕਦਾ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਜਿਸ ਬੰਦੇ ਨੇ ਹਿਮਾਕਤ ਕੀਤੀ ਸੀ, ਉਸ ਬੰਦੇ ਨੂੰ ਤਾਂ ਉਸੇ ਵਕਤ ਮਾਰਤਾ ਗਿਆ। ਜੇ ਐਸਜੀਪੀਸੀ ਦੀ ਟਾਸਕ ਫੋਰਸ ਫੜ ਕੇ ਉਸ ਨੂੰ ਲੋਕਾਂ ਦੇ ਹਵਾਲੇ ਕਰ ਦਿੰਦੀ ਹੈ, ਜੋ ਕਿ ਉਹਨੂੰ ਮਾਰ ਦਿੰਦੇ ਨੇ, ਇਹਨੂੰ ਕਹਿੰਦੇ ਸੌਦਾ ਲਾਤਾ। ਹਾਂ, ਉਹ ਇਸ ਗੱਲ ਤੋਂ ਹਰਟ ਜ਼ਰੂਰ ਨੇ, ਪਰ ਉਹਨਾਂ ਨੂੰ ਗਹਿਰਾਈ 'ਚ ਇਸ ਮਸਲੇ 'ਚ ਕੀ ਹੋ ਰਿਹਾ ਹੈ, ਕੀ ਹੋ ਸਕਦਾ ਹੈ, ਲੀਗਲੀ ਕੀ ਕਿੱਥੇ ਕੀ ਹੋਊਗਾ, ਉਸ ਦੇ ਉੱਤੇ ਉਹਨਾਂ ਨੂੰ ਵੀ ਪੂਰੀ ਜਾਣਕਾਰੀ ਨਹੀਂ ਹੈ। ਇਹ ਇਸ਼ਤਿਹਾਰ ਦਿੱਤਾ ਜਾਂਦਾ ਹੈ ਐਸਜੀਪੀਸੀ ਵੱਲੋਂ ਕਿ ਅਸੀਂ ਜੀ 5 ਲੱਖ ਰੁਪਏ ਦਾ ਇਨਾਮ ਦਾਂਗੇ ਜੋ ਸਾਨੂੰ ਦੱਸੇਗਾ ਕਿ ਜੀ ਇਹ ਬੰਦਾ ਜਿਹੜਾ ਮਾਰਿਆ ਗਿਆ ਸਾਡੇ ਹੱਥੋਂ ਇਹ ਕੌਣ ਸੀ। ਤੁਸੀਂ ਵੱਡੀ ਸਾਜ਼ਿਸ਼ ਨੂੰ ਬੇਨਕਾਬ ਕਰਨਾ ਸੀ, ਤੁਹਾਡੇ ਤੋਂ ਉਸ ਵਕਤ ਕੁਝ ਨਹੀਂ ਹੋਇਆ, ਤੁਸੀਂ ਉਹ ਬੰਦੇ ਨੂੰ ਮਰਨ ਦਿੱਤਾ ਜਾਂ ਮਾਰ ਦਿੱਤਾ। ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਡੀਲ ਹੀ ਨਹੀਂ ਕਰ ਰਹੀ ਨੈਰੇਟਿਵ ਨੂੰ। ਡੀਲ ਕੀ ਕਰਨਾ, ਕੋਈ ਡੀਲ ਹੀ ਨਹੀਂ ਹੋ ਰਿਹਾ। ਕਿੱਥੇ ਡੀਲ ਹੋ ਰਿਹਾ? ਵਿਧਾਨ ਸਭਾ ਦੇ ਵਿੱਚ 2 ਵਾਰ ਕਾਨੂੰਨ ਪਾਸ ਹੋ ਚੁੱਕਿਆ ਹੈ। ਅੱਜ ਤੁਸੀਂ ਜੇ ਪੁੱਛੋ ਕਿਸੇ ਵੀ ਮੰਤਰੀ ਸੰਤਰੀ ਤੋਂ, ਕਿਸੇ ਵਿਧਾਇਕ ਤੋਂ, ਵੈਸੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਇਸ ਮੁੱਦੇ ਬਾਰੇ। ਅੱਜ ਉਹ ਕਾਨੂੰਨ ਨਹੀਂ ਬਣ ਸਕਿਆ ਪੰਜਾਬ ਦੇ ਵਿੱਚ ਜਿਸ ਤਹਿਤ ਕਿ ਬੇਅਦਬੀ ਦੀਆਂ ਘਟਨਾਵਾਂ ਜਾਂ ਜਿਹੜੇ ਇਸ ਤਰੀਕੇ ਦੇ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਸਜ਼ਾ 3 ਸਾਲ ਤੋਂ ਬਾਅਦ ਦਿੱਤੀ ਜਾ ਸਕੇ। ਤਾਂ ਪੰਜਾਬੀ ਲਿੰਕ ਦੇਖ ਰਹੇ ਹੋ ਤੁਸੀਂ, ਮੈਂ ਹਾਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਢਾਲੀਵਾਲ। ਅੱਜ ਦੇ ਇਸ ਐਪੀਸੋਡ ਦੇ ਅੰਦਰ ਅਸੀਂ ਗੱਲਬਾਤ ਕਰਾਂਗੇ ਵੀ ਬੇਅਦਬੀ ਦੇ ਮੁਕੱਦਮੇ ਕਿੱਥੇ ਖੜੇ ਹੈ, ਕਿਉਂਕਿ ਹਾਲ ਹੀ ਵਿੱਚ ਡੇਰਾ ਪ੍ਰੇਮੀਆਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਉਹਨਾਂ ਨੇ ਮੰਗ ਕੀਤੀ ਸੀ ਵੀ ਜਿੰਨੇ ਵੀ ਮੁਕੱਦਮੇ ਨੇ, ਚਾਹੇ ਉਹ ਕੋਟਕਪੂਰਾ ਦਾ ਗੋਲੀकांड ਹੋਵੇ ਜਾਂ ਬੇਅਦਬੀ ਨਾਲ ਜੁੜੇ ਹੋਏ, ਉਹ ਪੰਜਾਬ ਤੋਂ ਬਾਹਰ ਉਹਨਾਂ ਦੀ ਸੁਣਵਾਈ ਕੀਤੀ ਜਾਵੇ, ਜਿਸ ਚੀਜ਼ ਨੂੰ ਸੁਪਰੀਮ ਕੋਰਟ ਨੇ ਪ੍ਰਵਾਨਗੀ ਵੀ ਦੇ ਦਿੱਤੀ ਹੈ। ਤੇ ਇਸ ਦੇ ਉੱਤੇ ਸਰਕਾਰ ਨੂੰ ਘੇਰਿਆ ਜਾ ਰਿਹਾ ਵਿਰੋਧੀਆਂ ਵੱਲੋਂ, ਐਸਜੀਪੀਸੀ ਵੱਲੋਂ। ਮੇਰੇ ਨਾਲ ਨੇ ਮੇਰੇ ਸਹਿਯੋਗੀ ਰਿਤੇਸ਼ ਲੱਖੀ ਜੀ, ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਮੁੱਦੇ ਦੇ ਉੱਤੇ। ਰਿਤੇਸ਼ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ ਜੀ। ਤੇ ਨਾਲ ਦੀ ਨਾਲ ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ ਇਹ ਵੀ ਕਹਿਣਾ ਚਾਹਾਂਗੇ ਵੀ ਦ ਪੰਜਾਬੀ ਲਿੰਕ ਨੂੰ ਫੇਸਬੁੱਕ ਤੇ ਫੋਲੋ, ਲਾਈਕ, ਸਬਸਕ੍ਰਾਈਬ ਤੇ YouTube ਤੇ ਵੀ ਫੋਲੋ, ਲਾਈਕ, ਸਬਸਕ੍ਰਾਈਬ ਕਰ ਲਿਆ ਜਾਵੇ। ਤੇਜ ਜੀ, ਹਾਲ ਹੀ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਆਉਂਦਾ ਬੇਅਦਬੀ ਦੇ ਮੁਕੱਦਮਿਆਂ ਦੇ ਉੱਤੇ, ਸੁਣਵਾਈ ਕਿਹਾ ਜਾ ਰਿਹਾ ਬਾਹਰ ਕਰ ਦਿੱਤੀ ਗਈ ਹੈ। ਪਰ ਸਰਕਾਰੀ ਪੱਖ ਜਦੋਂ ਆਲੋਚਨਾਵਾਂ ਤੋਂ ਬਾਅਦ ਜਦੋਂ ਸਰਕਾਰ ਨੂੰ ਘੇਰਿਆ ਜਾਂਦਾ, ਉਸ ਤੋਂ ਬਾਅਦ ਇਹ ਆਉਂਦਾ ਵੀ ਚੰਡੀਗੜ੍ਹ ਨੂੰ ਕੀ ਤੁਸੀਂ ਪੰਜਾਬ ਤੋਂ ਬਾਹਰ ਸਮਝਦੇ ਹੋ? ਵੀ ਉਹ ਤਾਂ ਚੰਡੀਗੜ੍ਹ ਤਾਂ ਪੰਜਾਬ ਦੀ ਕੈਪੀਟਲ ਹੀ ਹੈ, ਤਾਂ ਫਿਰ ਇਹ ਬਾਹਰ ਕਿਵੇਂ ਚਲੇ ਗਏ? ਸਰਕਾਰ ਇਸ ਚੀਜ਼ 'ਚ ਕਾਮਯਾਬ ਰਹੀ ਹੈ, ਉਹਨਾਂ ਨੇ ਪੈਰਵਾਈ ਪੂਰੀ ਕੀਤੀ ਹੈ। ਦੇਖੋ ਜੀ, ਇਹ ਹੈਗਾ ਜੀ, ਇਹ ਵਿਸ਼ਾ ਹੈ ਬੇਅਦਬੀ ਦੇ ਉਹਨਾਂ 3 ਮਾਮਲਿਆਂ ਦਾ, ਜੋ ਕਿ ਬੁਰਜਵਾਰ ਸਿੰਘ ਵਾਲਾ, ਬਰਗਾੜੀ ਤੇ ਇਹ 2 ਥਾਵਾਂ ਤੇ 3 ਅਲੱਗ-ਅਲੱਗ ਘਟਨਾਵਾਂ ਹੁੰਦੀਆਂ ਨੇ ਤੇ ਪੋਸਟਲ ਦਾ ਇੱਕ ਹੋਰ ਕੇਸ ਬਣਦਾ, ਜੋ ਕਿ ਜੂਨ, ਸਤੰਬਰ ਤੇ ਅਕਤੂਬਰ 2015 ਦਾ ਸਾਲ ਸੀ। ਇਹਨਾਂ 3 ਮਹੀਨਿਆਂ ਵਿੱਚ 3 ਅਲੱਗ-ਅਲੱਗ ਵਾਰਦਾਤਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਬੇਅਦਬੀ ਦੇ ਕੇਸਿਸ ਦਰਜ ਕੀਤੇ ਗਏ, ਸੈਕਟਰ ਲੀਜ ਦੇ ਕੇਸਿਸ। ਸੋ ਮੁਕੱਦਮੇਬਾਜ਼ੀ ਤਾਂ ਕਈ ਸਾਲਾਂ ਦੀ ਅਦਾਲਤ ਵਿੱਚ ਚੱਲਦੀ ਪਈ ਤੇ ਫਰੀਦਕੋਟ ਦੀ ਜੇਲ੍ਹ ਤੋਂ ਇਹਨਾਂ ਕੇਸਾਂ ਨੂੰ ਬਾਹਰ ਕੱਢੇ ਜਾਣ ਦਾ ਇੱਕ ਵੱਡਾ ਜਿਹੜਾ ਕਾਰਨ, ਕਿਉਂਕਿ ਸੁਪਰੀਮ ਕੋਰਟ ਨੇ ਹੁਣ ਜਿਵੇਂ ਤੁਸੀਂ ਦੱਸਿਆ ਕਿ ਉਸ ਨੂੰ ਪ੍ਰਵਾਨ ਕੀਤਾ, ਮਨਜ਼ੂਰੀ ਦਿੱਤੀ, ਉਹ ਸੀ ਪ੍ਰਦੀਪ ਕਟਾਰੀਆ ਦਾ ਕਤਲ। ਹੁਣ ਪ੍ਰਦੀਪ ਕਟਾਰੀਆ ਦਾ ਕਤਲ ਨਵੰਬਰ 10 ਦੀ ਘਟਨਾ ਹੈ। ਇਹ ਕਤਲ ਦਿਨ ਦਹਾੜੇ ਕੀਤਾ ਜਾਂਦਾ ਹੈ, ਕੋਟਕਪੂਰੇ 'ਚ ਕੀਤਾ ਜਾਂਦਾ ਹੈ। ਤੇ ਇਸ ਕਤਲ ਤੋਂ ਬਾਅਦ ਜਿਹੜੇ ਬਾਕੀ ਦੇ ਕੋ ਅਕਿਊਜ਼ਡ ਇਸ ਕੇਸ ਦੇ ਵਿੱਚ ਸਨ, ਜਿਨ੍ਹਾਂ ਵਿੱਚ ਸੁਖਜਿੰਦਰ ਸੰਨੀ ਹੈ, ਸ਼ਕਤੀ ਸਿੰਘ ਹੈ, ਰਣਜੀਤ ਸਿੰਘ ਹੈ ਤੇ 2 ਹੋਰ ਅਕਿਊਜ਼ਡ ਹੈਗੇ ਨੇ। ਕੁੱਲ 5 ਇਹ ਅਜਿਹੇ ਪਟੀਸ਼ਨਰ ਸਨ ਜੋ ਕਿ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਨੇ। ਇਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ, ਫਰੀਦਕੋਟ ਦੇ ਵਿੱਚ ਜਾਂ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਉਹ ਸੁਰੱਖਿਅਤ ਨਹੀਂ ਹੈਗੇ ਨੇ। ਸੋ ਕੋਸ਼ਿਸ਼ ਤਾਂ ਇਹਨਾਂ ਦੀ ਸ਼ਾਇਦ ਇਹ ਸੀ ਕਿ ਕਿਸੇ ਹੋਰ ਰਾਜ ਦੇ ਵਿੱਚ ਇਸ ਕੇਸ ਨੂੰ ਲਿਜਾਇਆ ਜਾਏ, ਲੇਕਿਨ ਹੁਣ ਕਿਉਂਕਿ ਸੁਪਰੀਮ ਕੋਰਟ ਨੇ ਇਸ ਨੂੰ ਚੰਡੀਗੜ੍ਹ ਦੇ ਵਿੱਚ ਟ੍ਰਾਂਸਫਰ ਕੀਤਾ ਹੈ, ਜਿਸ ਉੱਤੇ ਇਤਰਾਜ਼ ਕੁਝ ਜਥੇਬੰਦੀਆਂ ਵੱਲੋਂ, ਕੁਝ ਸਿੱਖ ਜਥੇਬੰਦੀਆਂ ਨੇ ਕੀਤੇ ਨੇ ਕਿ ਉਹਨਾਂ ਲਈ ਜਾਂ ਬਥੇਰੇ ਲੋਕਾਂ ਲਈ ਇਹਨਾਂ ਕੇਸਾਂ ਦੀ ਪੈਰਵੀ ਫਰੀਦਕੋਟ ਦੇ ਵਿੱਚ ਬੈਠ ਕੇ ਕਰਨਾ ਜ਼ਿਆਦਾ ਬਿਹਤਰ ਸੀ। ਉਹਨਾਂ ਦੇ ਵਿੱਚ ਜਿਹੜੀ ਲੌਜਿਸਟਿਕਲ ਪ੍ਰੋਬਲਮ ਆਉਂਦੀ ਹੈ ਉਹ ਇਹ ਹੈ ਕਿ ਇਸ ਕੇਸ ਦੇ ਨਾਲ ਜੁੜੇ ਹੋਏ ਜਿਹੜੇ ਪ੍ਰੋਸੀਕਿਊਟਰ ਹੈਗੇ ਨੇ, ਯਾਨੀ ਕਿ ਸਰਕਾਰ ਦੇ ਵਕੀਲ, ਪ੍ਰੋਸੀਕਿਊਸ਼ਨ ਦਾ ਪੱਖ ਹੈ, ਸਥਾਨਕ ਜਿਹੜੀ ਫਰੀਦਕੋਟ ਦੀ ਅਦਾਲਤ ਜਾਂ ਉੱਥੋਂ ਦੇ ਵਕੀਲ ਇਹਨਾਂ ਕੇਸਾਂ ਦੀ ਪੈਰਵੀ ਕਰ ਰਹੇ ਹੈਗੇ ਨੇ। ਸੋ ਹੁਣ ਉਹਨਾਂ ਦੀ ਜਿਹੜੇ ਗੇੜੇ ਹੋਣਗੇ, ਈਵਨ ਅਕਿਊਜ਼ ਦੇ ਜਿਹੜੇ ਗੇੜੇ ਹੋਣਗੇ, ਉਹ ਫਰੀਦਕੋਟ ਤੋਂ ਚੰਡੀਗੜ੍ਹ ਲੱਗਿਆ ਕਰਨਗੇ, ਕਿਉਂਕਿ ਕੇਸ ਦੇ ਵਿੱਚ ਜਿਹੜੇ ਤਰੀਕਾਂ ਪੈਣਗੀਆਂ, ਡੇਟਾਂ ਪੈਣਗੀਆਂ, ਟ੍ਰਾਇਲ ਦੀ ਸਟੇਜ ਦੇ ਉੱਤੇ ਹੈ। ਇਸ ਕੇਸ ਦੇ ਵਿੱਚ ਜਿਹੜੀ ਚਾਰਜਸ਼ੀਟ ਹੈ ਉਹ ਵੀ ਫਾਈਲ ਕੀਤੀ ਗਈ ਹੈ। ਉਸੇ ਚਾਰਜਸ਼ੀਟ ਦੇ ਬੇਸ ਦੇ ਉੱਤੇ ਐਸਪੀਐਸ ਪਰਮਾਰ ਦੀ ਜਿਹੜੀ ਐਸਆਈਟੀ ਬਣੀ ਸੀ, ਉਸਨੇ ਵੀ ਆਪਣੀ ਰਿਪੋਰਟ ਜਾਰੀ ਕੀਤੀ। ਸੋ ਇਸ ਮੁਕੱਦਮੇ ਦੇ ਵਿੱਚ ਲੈ ਦੇ ਕੇ ਮੁੱਦਾ ਹੀ ਹੈ, ਕਿਉਂਕਿ ਇਹੀ ਬੇਅਦਬੀ ਦੇ ਕੇਸ ਸੀ ਜਿਨ੍ਹਾਂ ਨੂੰ ਵਾਪਸ ਸੀਬੀਆਈ ਤੋਂ, ਕਿਉਂਕਿ ਸੀਬੀਆਈ ਨੂੰ ਦਿੱਤੇ ਗਏ ਸੀ, ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇਹ ਜਿਹੜੇ ਮੁਕੱਦਮੇ ਸਾਨੀਆਂ, ਇਨਫੈਕਟ ਕੇਸ ਦੀ ਇਨਵੈਸਟੀਗੇਸ਼ਨ ਸੀ ਨਵੰਬਰ 2015 ਦੇ ਵਿੱਚ ਹੀ ਸੀਬੀਆਈ ਨੂੰ ਕੇਸ ਨੂੰ ਹੈਂਡਓਵਰ ਕਰਤਾ ਗਿਆ ਸੀ। 1.5-2 ਸਾਲ ਕਿਸੇ ਨੇ ਗੌਲ ਲਿਆ ਨਹੀਂ ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਉਸ ਵਕਤ ਰੌਲਾ ਪੈਣਾ ਸ਼ੁਰੂ ਹੋਇਆ। ਬੇਅਦਬੀ ਦੇ ਇਨਸਾਫ ਦੀ ਗੱਲ ਉੱਠੀ, ਵਿਧਾਨ ਸਭਾ ਦੇ ਵਿੱਚ ਇੱਕ ਸੈਸ਼ਨ ਬੁਲਾਇਆ ਗਿਆ,
ਸੈਸ਼ਨ ਦੇ ਵਿੱਚ ਇਹ ਮਤਾ ਪਾਸ ਕੀਤਾ ਗਿਆ ਵੀ ਕੇਸਾਂ ਦੇ ਵਿੱਚ ਕੁਝ ਇਸ ਲਈ ਨਹੀਂ ਹੋ ਰਿਹਾ ਕਿਉਂਕਿ ਇਹ ਸੀਬੀਆਈ ਕੋਲ ਹੈਗੇ ਨੇ, ਸੀਬੀਆਈ ਕੁਝ ਕਰਨਾ ਨਹੀਂ ਚਾਹ ਰਹੀ। ਮਤਾ ਪਾਸ ਕਰਕੇ ਕੇਸਾਂ ਨੂੰ ਸੀਬੀਆਈ ਤੋਂ ਵਿਡਰਾਅ ਕਰਨ ਦਾ ਜਿਹੜਾ ਰੈਜ਼ੋਲੂਸ਼ਨ ਪਾਸ ਹੋ ਗਿਆ। ਉਸ ਤੋਂ ਬਾਅਦ ਕੇਸ ਸੀਬੀਆਈ ਤੋਂ ਵਾਪਸ ਲਏ ਜਾਣੇ ਸੀ, ਲਏ ਗਏ ਸੀ, ਲੇਕਿਨ ਸੀਬੀਆਈ ਨੇ ਆਪਣੀ ਪੈਰਲਲ ਤਫਤੀਸ਼ ਜਾਰੀ ਰੱਖੀ। ਸੋ ਅਗਲੇ ਸਾਲ 2019 ਦੇ ਆਸ-ਪਾਸ ਜੁਲਾਈ ਦੇ ਵਿੱਚ ਆ ਕੇ, ਜੂਨ ਜੁਲਾਈ ਦੇ ਵਿੱਚ ਆ ਕੇ ਸੈਂਟਰਲ ਬਿਊਰੋ ਆਫ ਜਿਹੜੀ ਇਨਵੈਸਟੀਗੇਸ਼ਨ ਹੈ ਉਸਨੇ ਇਸ ਕੇਸ ਦੇ ਵਿੱਚ ਇੱਕ ਕਲੋਜ਼ਰ ਰਿਪੋਰਟ ਫਾਈਲ ਕਰਤੀ ਤੇ ਇਹ कहता ਕਿ ਬੇਅਦਬੀ ਦੇ ਜਿੰਨੇ ਵੀ ਅਕਿਊਜ਼ਡ ਹੈਗੇ ਨੇ ਇਹ ਇਹਨਾਂ ਦੇ ਖਿਲਾਫ ਉਹਨੇ ਜਿਹੜੇ ਐਵੀਡੈਂਸਿਸ ਹੈਗੇ ਨੇ, ਸਬੂਤ ਨੇ, ਉਹ ਨਹੀਂ ਬਣ ਪਾਏ। ਸੋ ਸੀਬੀਆਈ ਨੇ ਤਾਂ ਕੇਸ ਕਲੋਜ਼ ਕਰਤਾ ਸੀ, ਕਲੀਨ ਚਿਟ ਦੇਤੀ ਸੀ। ਬਾਅਦ ਦੇ ਵਿੱਚ ਜਦੋਂ ਇਹ ਪਤਾ ਲੱਗਦਾ ਹੈ, ਪੰਜਾਬ ਸਰਕਾਰ ਉਸ ਵਕਤ ਤੱਕ ਸੁੱਤੀ ਪਈ ਰਹੀ, ਲੇਕਿਨ ਜਦੋਂ ਇਸ ਚੀਜ਼ ਦਾ ਪਤਾ ਲੱਗਿਆ ਕਿ ਸੀਬੀਆਈ ਨੇ ਕਲੋਜ਼ਰ ਰਿਪੋਰਟ ਫਾਈਲ ਕਰਤੀ ਹੈ, ਉਸ ਤੋਂ ਬਾਅਦ ਫਿਰ ਸਰਕਾਰਾਂ ਜਾਗੀਆਂ। ਉਹਨਾਂ ਨੇ ਆਪਣੇ ਇਸ ਰਾਈਟ ਨੂੰ ਅਸਰਟ ਕੀਤਾ, ਦੱਸਿਆ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਹੈ, ਇਹ ਕੇਸ ਅਸੀਂ ਹੀ ਯਾਨੀ ਕਿ ਸਟੇਟ ਨੇ ਹੀ ਸੀਬੀਆਈ ਨੂੰ ਦਿੱਤਾ ਸੀ ਤੇ ਸੀਬੀਆਈ ਤੋਂ ਹੁਣ ਉਹਨਾਂ ਨੇ ਵਾਪਸ ਲੈ ਲਿਆ। ਸੋ ਸੀਬੀਆਈ ਨੂੰ ਕੋਈ ਅਖਤਿਆਰ ਨਹੀਂ ਸੀ, ਲੇਕਿਨ ਉਹ ਸੀਬੀਆਈ ਦਾ ਜਿਹੜਾ ਡਾਕੂਮੈਂਟ ਸੀ ਉਹ ਇੱਕ ਰਿਕਾਰਡ ਦਾ ਹਿੱਸਾ ਬਣਾਉਣ ਦੇ ਵਿੱਚ ਦੋਸ਼ੀ ਜਿਹੜੇ ਅਕਿਊਜ਼ਡ ਹੈਗੇ ਨੇ, ਆਰੋਪੀ ਹੈਗੇ ਨੇ, ਮੁਲਜ਼ਮ ਹੈਗੇ ਨੇ, ਉਹ ਪੱਖ ਕਾਮਯਾਬ ਹੁੰਦਾ ਹੈ। ਆਈਡਲ ਤਾਂ ਇਹ ਸੀਗਾ ਵੀ ਜਦੋਂ ਮਾਮਲੇ ਦੀ ਇਨਵੈਸਟੀਗੇਸ਼ਨ ਵਾਪਸ ਪੰਜਾਬ ਦੇ ਵਿੱਚ ਲੈ ਲਈ ਗਈ ਸੀ, ਸੀਬੀਆਈ ਤੋਂ ਕੇਸ ਲੈ ਲਿਆ ਗਿਆ ਸੀ, ਉਸ ਤੋਂ ਬਾਅਦ ਸੀਬੀਆਈ ਵੱਲੋਂ ਕੋਈ ਕਲੋਜ਼ਰ ਰਿਪੋਰਟ ਫਾਈਲ ਜੇ ਹੁੰਦੀ ਹੈ ਉਹ ਨਲ ਐਂਡ ਵੋਇਡ ਹੋਣੀ ਸੀ। ਸੋ ਅਦਾਲਤਾਂ ਨੇ ਹਾਈ ਕੋਰਟ ਦੇ ਵਿੱਚ ਜਦੋਂ ਬਾਅਦ ਚ ਮੁਕੱਦਮਾ ਚੱਲਿਆ, ਉਹਨਾਂ ਨੇ ਇੰਨੀ ਗੱਲ ਤਾਂ ਮੰਨ ਲਈ ਵੀ ਠੀਕ ਹੈ, ਸੁਪਰੀਮ ਕੋਰਟ ਜਿਹੜੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਰਿਪੋਰਟ ਨੂੰ ਆਪਾਂ ਨਹੀਂ ਮੰਨਾਂਗੇ, ਲੇਕਿਨ ਉਹ ਰਿਪੋਰਟ ਜਿਹੜੀ ਹੈ ਕੇਸ ਦੇ ਰਿਕਾਰਡ ਤੇ ਰਹੇਗੀ, ਮੁਕੱਦਮੇ ਦੇ ਰਿਕਾਰਡ ਤੇ ਰਹੇਗੀ ਤੇ ਉਸ ਰਿਪੋਰਟ ਦੇ ਵਿੱਚ ਇਹ ਜਿੰਨੇ ਵੀ ਅਕਿਊਜ਼ਡ ਹੈਗੇ ਨੇ ਇਹਨਾਂ ਨੂੰ ਕਲੀਨ ਚਿਟ ਦਿੱਤੀ ਗਈ ਹੈ। ਸੋ ਇੱਕ ਬੜੀ ਵੱਡੀ ਦੂਸਰੀ ਗਲਤੀ ਸੀ ਜਿਹੜੀ ਕਿ ਪੰਜਾਬ ਸਰਕਾਰ ਦੇ ਕਾਨੂੰਨੀ ਪੱਖ ਕਰ ਚੁੱਕਾ ਹੈ, ਕਿਉਂਕਿ ਉਹ ਹਮੇਸ਼ਾ ਸੀਬੀਆਈ ਦੀ ਉਸ ਰਿਪੋਰਟ ਨੂੰ ਰੈਫਰ ਕੀਤਾ ਜਾਏਗਾ, ਦੱਸਿਆ ਜਾਏਗਾ ਕਿ ਜੀ ਜਦੋਂ ਮਾਮਲੇ ਦੀ ਪੜਤਾਲ ਇੱਕ ਨਿਰਪੱਖ ਏਜੰਸੀ ਨੇ ਕੀਤੀ, ਉਹਨਾਂ ਨੇ ਸਾਨੂੰ ਦੋਸ਼ੀ ਨਹੀਂ ਪਾਇਆ ਤੇ ਪੰਜਾਬ ਪੁਲਿਸ ਕਹਿ ਰਹੀ ਹੈ ਜੀ ਕਿ ਤੁਸੀਂ ਦੋਸ਼ੀ ਹੋ, ਜਿਹੜੀ ਸਿੱਟਾਂ ਨੇ ਇਨਵੈਸਟੀਗੇਸ਼ਨ ਕੀਤੀ। ਸੋ ਇਹ ਕੇਸ ਆਈਡਲੀ ਤਾਂ ਫਰੀਦਕੋਟ ਦੇ ਵਿੱਚ ਹੈਂਡਲ ਹੋ ਜਾਣਾ ਚਾਹੀਦਾ ਸੀਗਾ, ਉੱਥੇ ਹੀ ਕੇਸ ਚੱਲਦਾ ਸੀ। ਉੱਥੋਂ ਦੇ ਪਬਲਿਕ ਪ੍ਰੋਸੀਕਿਊਟਰ ਬੜੇ ਸਮਰੱਥ ਵਕੀਲ ਸਨ ਜਿਹੜੇ ਕਿ ਇਸ ਲੜਾਈ ਨੂੰ ਲੜ ਪਾ ਰਹੇ ਸੀ। ਉੱਥੋਂ ਦੀ ਕੋਰਟ ਦੀ ਮੈਂ ਗੱਲ ਕਰਦਾ ਪਿਆ, ਲੋਕਲ ਕੋਰਟ ਦੀ ਗੱਲ ਕਰਦਾ ਪਿਆ। ਲੇਕਿਨ ਜਦੋਂ ਹੁਣ ਇਸ ਤਰੀਕੇ ਦੇ ਹਾਲਾਤ ਬਣ ਜਾਂਦੇ ਨੇ, ਬਾਅਦ ਦੇ ਵਿੱਚ ਆਪਾਂ ਸਭ ਨੂੰ ਪਤਾ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ। ਇਹਨਾਂ 3 ਬੇਅਦਬੀ ਦੇ ਕੇਸਾਂ ਦੇ ਵਿੱਚ 4 ਅਜਿਹੇ ਮੁਲਜ਼ਮ ਅਜੇ ਵੀ ਹੈਗੇ ਨੇ ਜੋ ਕਿ ਭਗੌੜੇ ਨੇ, ਜਿਸ ਦੇ ਵਿੱਚ ਕਿ ਗੁਰਮੀਤ ਰਾਮ ਰਹੀਮ ਦੇ ਬਹੁਤ ਹੀ ਕਰੀਬੀ ਜਿਹੜੇ ਉਸਦੇ ਪੀਏ ਰਹੇ, ਇੱਕ ਰਕੇਸ਼ ਦੜਬਾ ਸੀ, ਇਸੇ ਤਰੀਕੇ ਦੇ ਨਾਲ 3-4 ਹੋਰ ਹਰਸ਼ ਧੂਰੀ ਦਾ ਨਾਂ ਆਉਂਦਾ ਹੈ, ਹੋਰ ਕਈ ਨਾਂ ਹੈਗੇ ਨੇ। ਇਹ ਲੋਕ ਅੱਜ ਤੱਕ ਭਗੌੜੇ ਨੇ, ਪਤਾ ਹੀ ਨਹੀਂ ਲੱਗਿਆ ਇਹਨਾਂ ਦਾ ਕਿ ਗਏ ਕਿੱਥੇ, ਦੇਸ਼ ਛੱਡ ਕੇ ਜਾ ਚੁੱਕੇ ਨੇ, ਅੰਡਰਗਰਾਉਂਡ ਹੈਗੇ ਨੇ, ਜਿਨ੍ਹਾਂ ਦਾ ਲਿੰਕ ਗੁਰਮੀਤ ਰਾਮ ਰਹੀਮ ਤੇ ਥੱਲੜੇ ਲੈਵਲ ਦੇ ਲੋਕਾਂ ਦੇ ਨਾਲ ਜੁੜਦਾ ਸੀ। ਹੁਣ ਇਸ ਕੇਸ ਦੇ ਵਿੱਚ, ਬੇਅਦਬੀ ਦੇ ਕੇਸਾਂ ਦੇ ਵਿੱਚ ਜਿਹੜੇ ਮੇਨ ਮੁਲਜ਼ਮ ਸਨ, ਮਹਿੰਦਰਪਾਲ ਬਿੱਟੂ, ਉਸ ਨੂੰ ਨਾਭੇ ਦੀ ਜੇਲ੍ਹ ਦੇ ਵਿੱਚ ਕਤਲ ਕਰਤਾ ਗਿਆ ਸੀ ਅੱਜ ਤੋਂ ਕੁਝ ਸਾਲ ਪਹਿਲਾਂ। ਉਸ ਵਕਤ ਚਾਰਾਜ਼ੋਈ ਚੱਲਦੀ ਪਈ ਸੀ। ਪ੍ਰਦੀਪ ਕਟਾਰੀਆ ਨੂੰ 10 ਨਵੰਬਰ ਨੂੰ ਗੋਲੀ ਮਾਰਤੀ ਗਈ। ਇਸ ਦੌਰਾਨ ਹੋਰ ਵੀ ਜਿਹੜੇ ਕੁਝ ਅਕਿਊਜ਼ ਹੈਗੇ ਨੇ ਉਹਨਾਂ ਦੇ ਉੱਤੇ ਹਮਲੇ ਵੀ ਹੋਣ ਦੀ ਗੱਲਾਂ ਬਾਤਾਂ ਜਾਂ ਇੰਟੈਲੀਜੈਂਸ ਰਿਪੋਰਟਾਂ ਦੇ ਵਿੱਚ ਇਹ ਚੀਜ਼ਾਂ ਆਈਆਂ ਤੇ ਬਾਅਦ ਦੇ ਵਿੱਚ ਜਦੋਂ ਇਹ ਹੱਤਿਆਵਾਂ ਹੋਈਆਂ, ਇਹਦੇ ਵਿੱਚ ਤਾਂ ਕਲੀਅਰ ਹੀ ਹੋ ਗਿਆ ਜਿਹੜੇ ਗੈਂਗਸਟਰ ਪੰਜਾਬ ਦੇ ਵਿੱਚ ਰੀਸੈਂਟਲੀ ਕੁਝ ਫੜੇ ਗਏ ਹੈਗੇ ਨੇ। ਇਨਫੈਕਟ ਇਹ ਜਿਹੜਾ ਐਨਕਾਊਂਟਰ ਬੀਤੇ ਹਫ਼ਤੇ ਹੋਇਆ, ਜਿਸ ਵਿੱਚ ਕਿ ਤੇਜਾ ਮਹਿੰਦਪੁਰੀਆ ਨਾਂ ਦਾ ਜਿਹੜਾ ਗੈਂਗਸਟਰ ਸੀ ਉਸ ਨੂੰ ਸ਼ੂਟ ਆਊਟ ਹੋਇਆ, ਇਹ ਵੀ ਗੱਲਬਾਤ ਆ ਰਹੀ ਸੀ ਕਿ ਬਹੁਤ ਅਜਿਹੇ ਗੈਂਗ ਹੈਗੇ ਨੇ ਜੋ ਕਿ ਡੇਰੇ ਸੱਚੇ ਸੌਦੇ ਦੇ ਉਹਨਾਂ ਅਕਿਊਜ਼ ਨੂੰ, ਮੁਲਜ਼ਮਾਂ ਨੂੰ ਟਾਰਗੇਟ ਕਰਨਾ ਚਾਹ ਰਹੇ ਨੇ ਜਾਂ ਮਾਰਨਾ ਚਾਹ ਰਹੇ ਹੈਗੇ ਨੇ, ਜਿਨ੍ਹਾਂ ਨੂੰ ਲੱਗ ਰਿਹਾ ਕਿ ਜੀ ਸ਼ਾਇਦ ਅਦਾਲਤਾਂ ਦੇ ਵਿੱਚ ਮੁਕੱਦਮਿਆਂ ਦੀ ਦੇਰੀ ਹੋ ਰਹੀ ਹੈ, ਸੋ ਉਹਨਾਂ ਦੀ ਜਾਨਾਂ ਨੂੰ ਖਤਰਾ ਹੈ। ਸੋ ਇਹੀ ਆਧਾਰ ਬਣਿਆ ਸੁਪਰੀਮ ਕੋਰਟ ਦੇ ਵਿੱਚ ਲੋਕ ਕੇਸ ਲਗਾਏ ਤੇ ਫਿਰ ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਇਹਨਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਸਾਂ ਨੂੰ ਚੰਡੀਗੜ੍ਹ ਵਿੱਚ ਟ੍ਰਾਂਸਫਰ ਕੀਤਾ। ਜੀ ਜਿਵੇਂ ਰਿਤੇਸ਼ ਜੀ ਤੁਸੀਂ ਕਿਹਾ ਵੀ ਗੈਂਗਸਟਰ ਦੇ ਬੇਅਦਬੀ ਦੇ ਮਾਮਲੇ ਦੇ ਅੰਦਰ ਗੈਂਗਸਟਰਾਂ ਦੀ ਵੀ ਇੰਟਰਵੈਂਸ਼ਨ ਹੋ ਰਹੀ ਹੈ, ਕਿਉਂਕਿ ਇਹਦਾ ਕੀ ਕਾਰਨ ਲੱਗਦਾ ਤੁਹਾਨੂੰ? ਕਿਉਂਕਿ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਗੈਂਗਸਟਰਾਂ ਦੇ ਖਿਲਾਫ ਬੜਾ ਵੱਡਾ ਇੱਕ ਨੈਰੇਟਿਵ ਲੋਕਾਂ ਦੇ ਮਨਾਂ 'ਚ ਆ ਗਿਆ, ਮਾਸਿਸ ਦੇ ਅੰਦਰ ਆ ਗਿਆ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਠੀਕ ਕੀਤਾ ਜਾਵੇ। ਤਾਂ ਹੁਣ ਕੀ ਗੈਂਗਸਟਰ ਬੇਅਦਬੀ ਮਸਲੇ, ਕਿਉਂਕਿ ਬਹੁਤ ਇੱਕ ਇਮੋਟਿਵ ਇਸ਼ੂ ਹੈ, ਉਸ ਦੇ ਅੰਦਰ ਜੇ ਇੰਟਰਫੇਰੈਂਸ ਕਰਦੇ ਨੇ ਜਾਂ ਆਪਣੇ ਲੈਵਲ ਤੇ ਉਹ ਕਿਲਿੰਗਸ ਕਰਦੇ ਹੈਗੇ ਨੇ, ਲੋਕਾਂ ਨੂੰ ਮਾਰਦੇ ਨੇ, ਤਾਂ ਕੀ ਉਹਨਾਂ ਨੂੰ ਇਹ ਲੱਗਦਾ ਹੈ ਵੀ ਉਸ ਨਾਲ ਉਹ ਲੋਕਾਂ ਦੇ ਨਿਗਾਹ ਦੇ ਅੰਦਰ ਉਹਨਾਂ ਦੀ ਜਿਹੜੀ ਸਾਖ ਹੈ, ਛਵੀ ਹੈ, ਇੰਪਰੂਵ ਹੋਊਗੀ? ਬਿਲਕੁਲ ਇਹੀ ਫੈਕਟਰ ਹੈ। ਗੋਲਡੀ ਬਰਾੜ ਵਰਗੇ ਲੋਕ ਪ੍ਰਦੀਪ ਨੂੰ ਮਾਰ ਕੇ ਉਹਦੀ ਜ਼ਿੰਮੇਵਾਰੀਆਂ ਲੈ ਰਹੇ ਨੇ। ਹਾਲਾਂਕਿ ਉਹਦੇ ਜਿੰਨੇ ਵੀ ਗੈਂਗਸਟਰ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਉਹ ਸ਼ਾਮ ਤੱਕ ਜਾਂ ਅਗਲੇ ਰਾਤ ਤੱਕ ਫੜੇ ਗਏ ਸੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਉਹਨਾਂ ਨੂੰ ਚੱਕ ਲਿਆ ਸੀ, ਯਾਨੀ ਕਿ ਅਰੈਸਟ ਕਰ ਲਿਆ ਸੀ। ਲੇਕਿਨ ਗੋਲਡੀ ਬਰਾੜ ਵਰਗੇ ਗੈਂਗਸਟਰ ਆਪਣੇ ਆਪ ਨੂੰ ਦੁੱਧ ਦਾ ਧੁਲਿਆ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਤਰੀਕੇ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ, ਜਿਸ ਦੇ ਵਿੱਚ ਕੀ ਇੱਕ ਦੇਖੋ ਹੁਣ ਇਹ ਜਿਹੜੇ ਅਕਿਊਜ਼ਡ ਹੈਗੇ ਨੇ ਇਹਨਾਂ ਦੇ ਮੁਕੱਦਮੇ ਅਦਾਲਤਾਂ ਦੇ ਵਿੱਚ ਹੈਗੇ ਨੇ। ਇਹਨੂੰ ਲੈ ਕੇ
ਦੁਵਿਧਾ ਹੈਗੀ ਹੈ ਜਾਂ ਹਾਲੇ ਤੱਕ, ਕਿਉਂਕਿ ਅਦਾਲਤਾਂ ਦੇ ਵਿੱਚ ਐਡੇ ਲੰਬੇ ਮਾਮਲੇ ਖਿੱਚ ਕੇ ਇਹਨਾਂ ਨੂੰ ਲੈ ਕੇ ਪਹਿਲਾਂ ਤਾਂ ਸਿਆਸਤ ਬਹੁਤ ਹੋਈ, ਫਿਰ ਜੀ ਸਿੱਟਾਂ ਬਣ ਜਾਣਗੀਆਂ, ਇੱਕ ਸਿੱਟ ਬਣੀ, ਸਿੱਟਾਂ ਹੀ ਬਦਲੀ ਗਏ, ਰਣਵੀਰ ਖੱਟੜ ਦੀ ਸਿੱਟ ਵੀ ਟੁੱਟ ਗਈ, ਫਿਰ ਐਸਪੀਐਸ ਪਰਮਾਰ ਦੀ ਸਿੱਟ ਬਣ ਗਈ, ਫਿਰ ਚਾਰ ਸੀਟਾਂ ਅਦਾਲਤਾਂ ਦੇ ਵਿੱਚ ਗਈਆਂ, ਉਹ 4 ਸੀਟਾਂ ਜਦੋਂ ਪਈਆਂ ਸੀ ਅਦਾਲਤਾਂ 'ਚ ਉਸ ਵਕਤ ਵੀ ਸੀਟਾਂ ਬਣਦੀਆਂ ਟੁੱਟਦੀਆਂ ਰਹੀਆਂ। ਸੋ ਬਹੁਤ ਲੰਮਾ ਸਮਾਂ ਨਿਕਲ ਚੁੱਕਾ ਹੈ ਤੇ ਤੁਸੀਂ ਹੈਰਾਨ ਹੋਵੋਗੇ ਕਿ ਬੇਅਦਬੀ ਦੇ ਇਹ ਜਿਹੜੇ ਕੇਸਿਸ ਰਹੇ, ਇਹਨਾਂ ਕੇਸਾਂ ਦੇ ਵਿੱਚ ਜਿਹੜੀ ਸਜ਼ਾ ਇਹਨਾਂ ਨੂੰ ਹੋਣੀ ਹੈ ਨਾ, ਉਹ ਸਿਰਫ 3 ਸਾਲ ਦੀ ਸਜ਼ਾ ਹੈ। ਇਸ ਵਕਤ ਜੋ ਕਾਨੂੰਨ ਹੈ ਉਹਦੇ ਵਿੱਚ ਸਿਰਫ 3 ਸਾਲ ਦੀ ਸਜ਼ਾ ਹੈ ਤੇ ਉਹਦੇ ਵਿੱਚੋਂ ਇੱਕ ਬਹੁਤ ਲੰਮਾ ਚੌੜਾ ਹਿੱਸਾ ਆਲਰੇਡੀ ਇਹ ਲੋਕ ਜੇਲ੍ਹਾਂ ਦੇ ਵਿੱਚ ਰਹਿ ਚੁੱਕੇ ਨੇ, ਮਲਟੀਪਲ ਟਾਈਮਸ ਗ੍ਰਿਫਤਾਰ ਹੋ ਚੁੱਕੇ ਨੇ, ਕਈ ਮਹੀਨਿਆਂ ਜਾਂ ਕੁਝ ਕੇਸ ਦੇ ਵਿੱਚ ਸ਼ਾਇਦ ਇੱਕ ਅੱਧਾ ਸਾਲ ਵੀ ਕੋਈ ਅਕਿਊਜ਼ਡ ਅਜਿਹੇ ਹੋਣ ਜਿਹੜੇ ਜੇਲ੍ਹਾਂ 'ਚ ਰਹਿ ਚੁੱਕੇ ਹੋਣ। ਸੋ ਜੇ ਅੱਜ ਅਦਾਲਤਾਂ ਇਹਨਾਂ ਨੂੰ ਦੋਸ਼ੀ ਮੰਨਦੀਆਂ ਨੇ, ਪਿੱਛੇ ਮੋਗੇ ਦੇ ਵਿੱਚ ਜਿਹੜੀ ਘਟਨਾ ਹੋਈ ਸੀ, ਉੱਥੇ ਜਿਹੜੀ ਬੇਅਦਬੀ ਦੇ ਕੇਸ ਹੋਏ ਸੀ, ਮੋਗੇ ਜ਼ਿਲ੍ਹੇ ਦੀ ਬੇਅਦਬੀ ਦੇ ਕੇਸ ਸੀ, ਉਹਨਾਂ ਕੇਸਾਂ ਦੇ ਵਿੱਚ ਫੈਸਲੇ ਆਏ ਹੈਗੇ ਨੇ ਤੇ ਸਜ਼ਾਵਾਂ ਉਹਨੀਆਂ ਕੀ ਹੁੰਦੀਆਂ ਨੇ, 3 ਸਾਲ ਦੀ ਸਜ਼ਾ ਹੈ। ਤੁਸੀਂ ਦੇਖੋ ਹੈਰਾਨੀ ਕਿ 3 ਸਾਲ ਦੀ ਸਜ਼ਾ ਹੈ, ਇੱਕ ਅੱਧਾ ਸਾਲ ਇਹਨਾਂ ਦਾ ਆਲਮੋਸਟ ਖਤਮ ਹੋ ਚੁੱਕਾ ਹੈ, ਮਾਫੀਆਂ ਮੂਫੀਆਂ ਜੇ ਸਾਰੀਆਂ ਰਲਾ ਰੂ ਲਈਆਂ ਜਾਣ, ਮੁਸ਼ਕਿਲ ਨਾਲ 6-7 ਮਹੀਨੇ ਲੋਕਾਂ ਨੇ ਜੇਲ੍ਹ 'ਚ ਕੱਟਣੇ। ਲੇਕਿਨ ਉਸ ਤੋਂ ਪਹਿਲਾਂ ਕਿੱਡਾ ਵੱਡੀ ਤਰਾਸਦੀ ਹੈ ਕਿ ਨਾ ਤਾਂ ਇਹਨਾਂ ਨੂੰ ਅਦਾਲਤਾਂ ਨੇ ਸਜ਼ਾਵਾਂ ਦਿੱਤੀਆਂ ਉਹ ਬਣਦੀਆਂ। ਹੁਣ ਇੱਥੇ ਵੀ ਯੂ ਵਿਲ ਬੀ ਸਰਪ੍ਰਾਈਜ਼ਡ, ਜਿਹੜੇ ਲੋਕ ਸੁਣ ਰਹੇ ਨੇ, ਗੱਲਾਂ ਤਾਂ ਸਾਰੇ ਕਰਦੇ ਨੇ ਬੇਅਦਬੀ, ਕਦੇ ਕਿਸੇ ਪੰਜਾਬ ਦੀ ਪੋਲੀਟੀਕਲ ਪਾਰਟੀ ਨੇ ਇਹ ਵਿਸ਼ਾ, ਇਹ ਮੁੱਦਾ ਚੁੱਕਿਆ ਨਹੀਂ, ਕਿਸੇ ਮੈਂ ਸਿੱਖ ਜਥੇਬੰਦੀ, ਕਿਸੇ ਐਸਜੀਪੀਸੀ ਤੋਂ ਮੁੱਦਾ ਉੱਠਦਾ ਨਹੀਂ ਦੇਖਿਆ। ਯੂ ਵੋਂਟ ਬਿਲੀਵ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਸਮੇਂ ਦੇ ਵਿੱਚ ਇਹ ਬੇਅਦਬੀਆਂ ਹੁੰਦੀਆਂ ਨੇ। ਬੇਅਦਬੀਆਂ ਤੋਂ ਕੁਝ ਹੀ ਮਹੀਨੇ ਬਾਅਦ ਇੱਕ ਕਾਨੂੰਨ ਲਿਆਇਆ ਜਾਂਦਾ ਹੈ ਵਿਧਾਨ ਸਭਾ ਦੇ ਵਿੱਚ ਕਿ ਹੁਣ ਸਜ਼ਾ ਸਖਤ ਕੀਤੀ ਜਾਏਗੀ, 3 ਸਾਲ ਤੋਂ ਵਧਾ ਕੇ 10 ਸਾਲ ਤੇ ਕਈ ਕੇਸਾਂ ਦੇ ਵਿੱਚ ਉਮਰ ਕੈਦ ਦੀ ਗੱਲ ਤੱਕ ਵੀ ਆਈ। ਇਸ ਕਾਨੂੰਨ ਨੂੰ ਵਾਪਸ ਗਵਰਨਰ ਭੇਜ ਦਿੰਦੇ ਨੇ ਜਾਂ ਵਾਪਸ ਉਸ ਨੂੰ ਭੇਜ ਦਿੱਤਾ ਜਾਂਦਾ ਹੈ। ਇਵਨ ਇਹ ਮਾਮਲਾ ਸੁਪਰੀਮ ਕੋਰਟ ਤੱਕ ਵੀ ਗਿਆ। ਉਹ ਉੱਥੇ ਜ਼ਿਕਰ ਇਹ ਹੁੰਦਾ ਵੀ ਜੇ ਧਾਰਮਿਕ ਗ੍ਰੰਥਾਂ ਦੀ ਗੱਲ ਕਰਨੀ ਹੈ, ਤੁਸੀਂ ਇਕੱਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਨਹੀਂ ਕਰ ਸਕਦੇ, ਹੋਰ ਵੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਤੇ ਮੁਤਲਕ ਕਾਨੂੰਨ ਜਿਹੜਾ ਹੋਏਗਾ ਉਸ ਨੂੰ ਤੁਹਾਨੂੰ ਉਨਾ ਹੀ ਸਖਤ ਬਣਾਉਣਾ ਪਏਗਾ, ਸਜ਼ਾਵਾਂ ਨੂੰ ਜੇ ਬਾਅਦ ਵਧਾਉਣਾ ਹੈ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਜਾਂਦੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਇਹ ਮੈਂ ਗੱਲ ਕਰ ਰਿਹਾ ਕਿ ਵਿਧਾਨ ਸਭਾਵਾਂ ਦੇ ਵਿੱਚ ਮਤੇ ਪੇਸ਼ ਹੋਏ, ਬਿੱਲ ਪਾਸ ਹੋ ਗਿਆ, ਪਹਿਲਾਂ ਬਾਦਲ ਸਰਕਾਰ ਦੇ ਵੇਲੇ, ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੇਲੇ ਕਿ 3 ਸਾਲ ਤੋਂ ਵਧਾ ਕੇ ਸਜ਼ਾ ਨੂੰ 10 ਸਾਲ ਕਰ ਦਿਓ, ਜਾਂ ਕਈ ਕੇਸਾਂ ਦੇ ਵਿੱਚ ਉਸ ਤੋਂ ਵੀ ਐਕਸਟ੍ਰੀਮ ਬਲਾਸਫੇਮੀ, ਸੈਕ੍ਰਿਲੇਜ ਦੇ ਕੇਸਿਸ। ਉਸ ਤੋਂ ਬਾਅਦ ਵੀ ਇਸ ਉੱਤੇ ਕੋਈ ਆਬਜੈਕਸ਼ਨ ਲੱਗ ਗਏ, ਇਤਰਾਜ਼ ਲੱਗ ਗਏ, ਜਾਂ ਕਹਿ ਲਈਏ ਕਿ ਠੰਡੇ ਬਸਤੇ ਦੇ ਵਿੱਚ ਕੇਸ ਚਲਾ ਗਿਆ। ਆਮ ਆਦਮੀ ਪਾਰਟੀ ਸਰਕਾਰ ਬੇਅਦਬੀ ਦੇ ਕੇਸਾਂ ਦੇ ਵਿੱਚ ਇਨਸਾਫ ਦਿਵਾਉਣ ਦੇ ਨੈਰੇਟਿਵ ਦੇ ਉੱਤੇ ਬਣਦੀ ਹੈ। ਇਹ ਸਭ ਕੁਝ ਉਸ ਵਕਤ ਹੋ ਰਿਹਾ ਜਦ ਇਹ ਬੰਦਿਆਂ ਦੀ ਧਰ ਪਕੜ ਹੋ ਵੀ ਗਈ ਸੀ। ਇਹਨਾਂ ਨੂੰ ਫੈਕਟ 2019 ਦੇ ਆਸ-ਪਾਸ ਇਹ ਸਾਰੇ ਬੰਦਿਆਂ ਨੂੰ ਦੁਬਾਰਾ ਫੜਿਆ ਗਿਆ ਜਾਂ ਇਹਨਾਂ ਨੂੰ ਪਹਿਲੀ ਵਾਰ ਫੜਿਆ ਗਿਆ। 2019 ਤੇ ਅੱਜ ਆਪਾਂ 2023 ਦੇ ਵਿੱਚ ਗੱਲ, 3.5 ਸਾਲ ਹੋ ਗਏ ਨੇ। ਮੁਕੱਦਮੇਬਾਜ਼ੀ ਅਲੱਗ ਚੱਲ ਰਹੀ ਹੈ। ਵਿਧਾਨ ਸਭਾ ਦੇ ਵਿੱਚ 2 ਵਾਰ ਕਾਨੂੰਨ ਪਾਸ ਹੋ ਚੁੱਕਿਆ ਹੈ। ਅੱਜ ਤੁਸੀਂ ਜੇ ਪੁੱਛੋ ਕਿਸੇ ਵੀ ਮੰਤਰੀ ਸੰਤਰੀ ਤੋਂ, ਕਿਸੇ ਵਿਧਾਇਕ ਤੋਂ, ਵੈਸੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਇਸ ਮੁੱਦੇ ਬਾਰੇ। ਅੱਜ ਉਹ ਕਾਨੂੰਨ ਨਹੀਂ ਬਣ ਸਕਿਆ ਪੰਜਾਬ ਦੇ ਵਿੱਚ ਜਿਸ ਤਹਿਤ ਕਿ ਬੇਅਦਬੀ ਦੀਆਂ ਘਟਨਾਵਾਂ ਜਾਂ ਜਿਹੜੇ ਇਸ ਤਰੀਕੇ ਦੇ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਸਜ਼ਾ 3 ਸਾਲ ਤੋਂ ਬਾਅਦ ਦਿੱਤੀ ਜਾ ਸਕੇ। ਸੋ ਨਟਸ਼ੈਲ ਦੇ ਵਿੱਚ ਐਡਾ ਹੋ ਹੱਲਾ, ਸ਼ੋਰ ਸ਼ਰਾਬਾ, ਸਿਆਸਤ ਸਿਖਰਾਂ ਦੀ, ਨਤੀਜਾ ਜ਼ੀਰੋ ਹੈ। ਕੇਸਾਂ ਦੇ ਟ੍ਰਾਇਲ ਤਾਂ ਬਹੁਤ ਦੂਰ ਦੀ ਗੱਲ ਹੈ, ਜਿੱਦਣ ਸਜ਼ਾਵਾਂ ਇਹਨਾਂ ਨੂੰ ਸੁਣਾਈਆਂ ਜਾਣਗੀਆਂ ਜੇ ਦੋਸ਼ੀ ਪਾਏ ਜਾਂਦੇ ਨੇ ਅਦਾਲਤ ਵਿੱਚ, ਸਾਨੂੰ ਤੁਹਾਨੂੰ ਉਸ ਵਕਤ ਫਿਰ ਹੈਰਾਨ ਹੋਣ ਦਾ ਕੋਈ ਕਾਰਨ ਮਿਲਣਾ ਨਹੀਂ ਚਾਹੀਦਾ ਕਿ ਅਸੀਂ ਕਹੀ ਨਹੀਂ ਸਿਰਫ 3 ਸਾਲ ਦੀ ਸਜ਼ਾ। ਰੌਲਾ ਤਾਂ ਪੰਜਾਬ ਦੇ ਵਿੱਚ ਇੰਨਾ ਪਾਇਆ ਹੋਇਆ, ਤੇ ਉਸ ਤੋਂ ਪਹਿਲਾਂ ਦੇਖੋ ਹੋਇਆ ਕੀ, ਮਨਿੰਦਰਪਾਲ ਬਿੱਟੂ ਨੂੰ ਜੇਲ੍ਹ ਦੇ ਵਿੱਚ ਮਾਰਤਾ ਗਿਆ, ਆ ਜਿਹੜਾ ਪ੍ਰਦੀਪ ਕਟਾਰੀ ਨੂੰ ਮਾਰਤਾ ਗਿਆ। ਸੋ ਸਜ਼ਾਵਾਂ ਤਾਂ ਸੜਕਾਂ ਦੇ ਉੱਤੇ ਗੈਂਗਸਟਰ ਦੇ ਰਹੇ ਨੇ, ਅਦਾਲਤਾਂ ਕੀ ਇਨਸਾਫ ਦੇ ਰਹੀਆਂ ਨੇ? ਜਾਂ ਸਾਡੀ ਜਿਹੜੇ ਸਾਡਾ ਸਿਸਟਮ ਹੈ ਜਿਹਦੇ ਵਿੱਚ ਅਦਾਲਤਾਂ ਇਕੱਲਾ ਉਹਦਾ ਹਿੱਸਾ ਨਹੀਂ, ਅਦਾਲਤਾਂ ਦਾ ਇਸ ਦੇ ਵਿੱਚ ਇੰਨਾ ਵੱਡਾ ਫਾਲਟ ਲਾਈਨਸ ਤੇ ਨਹੀਂ ਹੈਗੇ ਨੇ ਜਿੰਨਾ ਕਿ ਸਾਡੇ ਪ੍ਰੋਸੀਕਿਊਸ਼ਨ ਆ ਜਿਹੜਾ ਪੂਰਾ ਤਮਾਸ਼ਾ ਸਰਕਾਰਾਂ ਨੇ ਖੜਾ ਕਰਕੇ ਰੱਖਾ ਹੋਇਆ। ਸੋ ਇਨਸਾਫ ਨਹੀਂ ਹੋ ਪਾ ਰਿਹਾ, ਤੇ ਜੇ ਇਨਸਾਫ ਹੋ ਵੀ ਜਾਏਗਾ ਉਹ ਸਹੀ ਇਨਸਾਫ ਹੋਏਗਾ ਨਹੀਂ ਹੋਏਗਾ। ਬੇਅਦਬੀ ਦੇ ਕੇਸਾਂ ਦੇ ਕਿੰਨੇ ਮਾਮਲੇ ਹੋ ਗਏ ਜਿਸ ਦੇ ਵਿੱਚ ਕਿ ਮੌਬ ਲਿੰਚਿੰਗ ਹੋ ਗਈ, ਲੋਕਾਂ ਨੂੰ ਉੱਥੇ ਹੀ ਮਾਰਤਾ ਗਿਆ। ਬੇਅਦਬੀ ਉਹਨਾਂ ਨੇ ਕੀਤੀ ਨਹੀਂ ਕੀਤੀ, ਇਹ ਐਸਟੈਬਲਿਸ਼ ਨਹੀਂ ਹੋਇਆ। ਦਿੱਲੀ ਦੇ ਵਿੱਚ ਸਿੰਘੂ ਬਾਰਡਰ ਦੇ ਉੱਤੇ ਕੀ ਹੋਇਆ, ਕਪੂਰਥਲੇ ਦੀ ਉਸ ਘਟਨਾ ਜਿਸ ਵਿੱਚ ਕਿ ਦੋਵੇਂ ਕੇਸਾਂ ਦੇ ਵਿੱਚ ਬੇਅਦਬੀ ਲੋਕਾਂ ਨੇ ਕੀਤੀ ਨਹੀਂ ਸੀ, ਸ਼ਾਇਦ ਮੈਂਟਲੀ ਡੀਰੇਂਜ ਲੋਕ ਸੀ, ਕੀ ਸੀ ਘਟਨਾਵਾਂ ਦੇ ਪਿੱਛੇ, ਕੁਝ ਏਜੰਸੀਆਂ ਸੀ, ਮਫਾਦ ਕੀ ਸੀ, ਨੋਬਡੀ ਨੋਜ਼ ਦੈਟ। ਲੇਕਿਨ ਮੌਬ ਲਿੰਚਿੰਗ ਹੋ ਗਈਆਂ ਬੇਅਦਬੀ ਦੇ ਜਿਹੜੇ ਨਾਂ ਦੇ ਉੱਤੇ, ਜਿਨ੍ਹਾਂ ਨੂੰ 3 ਸਾਲ ਦੀ ਸਜ਼ਾ ਬੰਦੇ ਨੂੰ ਤੁਸੀਂ ਕਾਨੂੰਨ ਦੇ ਮੁਤਾਬਕ ਦੇਣੀ ਸੀ, ਮਨਿੰਦਰਪਾਲ ਬਿੱਟੂ ਨੂੰ, ਉਹਨੂੰ ਜੇਲ੍ਹ ਦੇ ਵਿੱਚ ਕਤਲ ਕਰਤਾ ਗਿਆ। ਆ ਪ੍ਰਦੀਪ ਨੂੰ ਗੈਂਗਸਟਰਾਂ ਨੇ ਗੋਲੀਆਂ ਮਾਰਤੀਆਂ। ਸੋ ਮਤਲਬ ਸਾਡੇ ਸਿਸਟਮ ਦੇ ਵਿੱਚ ਤਮਾਸ਼ਾ ਹੋ ਰਿਹਾ। ਬੇਅਦਬੀ ਦੇ ਨਾਂ ਉੱਤੇ ਜਾਂ ਬੇਅਦਬੀ ਦੇ ਕੇਸਾਂ ਦੇ ਇਨਸਾਫ ਦੀ ਗੱਲ ਕਰਕੇ ਜਿਹੜੀਆਂ ਜਥੇਬੰਦੀਆਂ ਸੜਕਾਂ ਤੇ ਬੈਠੀਆਂ ਨੇ, ਭਾਵੇਂ ਸੰਘਰਸ਼ ਕਰ ਰਹੀਆਂ ਹੋਣ, ਉਹਨਾਂ ਦੇ ਜਿਹੜੇ ਲੀਡਰ ਹੈਗੇ ਨੇ ਤੇ ਸਾਡੇ ਪੋਲੀਟੀਕਲ ਲੀਡਰ ਜਿਨ੍ਹਾਂ ਨੇ ਸਿਰਫ ਪੋਲਿਟਿਕਸ ਕੀਤੀ ਹੈ, ਇਹਨਾਂ ਮੁੱਦਿਆਂ ਤੇ ਕੁਝ ਨਹੀਂ ਕੀਤਾ। ਇੱਕ ਬਹੁਤ ਵੱਡਾ ਇੱਕ ਮੈਂ ਕਹਾਂਗਾ ਇੱਕ ਟੈਕਸਟ ਬੁੱਕ ਕੇਸ ਹੈ
ਜਿਸ ਵਿੱਚ ਕਿ ਤੁਸੀਂ ਜਿੰਨਾ ਸ਼ੋਰ ਸ਼ਰਾਬਾ ਕੀਤਾ, ਜ਼ਮੀਨ ਉੱਤੇ ਤੁਹਾਡੇ ਕੋਲ ਗਰਾਊਂਡ ਦੇ ਉੱਤੇ ਕੋਈ ਰਿਜ਼ਲਟ ਨਹੀਂ ਹੈ। ਅੱਜ ਮੈਂ ਬੇਅਦਬੀ ਦੇ ਜਿੰਨੇ ਵੀ ਮੁਲਜ਼ਮ ਨੇ ਉਹਨਾਂ ਨਾਲ ਘੱਟੋ ਘੱਟ ਇਸ ਪੱਖੋਂ ਮੇਰੀ ਥੋੜੀ ਜਿਹੀ ਸਿੰਪੈਥੀ ਇਸ ਵਾਸਤੇ ਜ਼ਰੂਰ ਹੈ, ਕਿਉਂਕਿ ਇਹਨਾਂ ਦਾ ਜਿੰਨਾ ਮੀਡੀਆ ਟ੍ਰਾਇਲ ਹੋ ਗਿਆ, ਜਿੰਨਾ ਕਿ ਇਹਨਾਂ ਨੂੰ ਵਿਕਟਿਮਾਈਜ਼ ਕਰਤਾ ਗਿਆ, ਸਜ਼ਾਵਾਂ ਤਾਂ ਕਾਨੂੰਨ ਦੇ ਮੁਤਾਬਕ ਤੁਸੀਂ 3 ਸਾਲ ਹੀ ਦੇਣੀ ਸੀ, ਤਾਂ ਉਨੀ ਸਜ਼ਾ ਤਾਂ ਹੁਣ ਤੱਕ ਭੁਗਤ ਕੇ ਆਜ਼ਾਦ ਹੋ ਚੁੱਕੇ ਹੁੰਦੇ ਜੇ ਇਹਨਾਂ ਨੂੰ ਅਦਾਲਤਾਂ ਨੇ ਵੀ ਇੰਨਾ ਲੰਮਾ ਨਾ ਲਟਕਾਇਆ ਹੁੰਦਾ। ਤੇ ਫਿਰ ਉਹਨਾਂ ਫੈਸਲਿਆਂ ਤੋਂ ਬਾਅਦ ਇਹਨਾਂ ਨੂੰ ਕਿਸੇ ਨਾ ਕਿਸੇ ਨੇ ਸੜਕ ਦੇ ਉੱਤੇ ਗੈਂਗਸਟਰਾਂ ਨੇ ਗੋਲੀਆਂ ਮਾਰੀ ਦੇਣੀਆਂ ਸੀਗੀਆਂ। ਸੋ ਜਦੋਂ ਸਿਸਟਮ ਹੀ ਕੁਝ ਨਹੀਂ ਹੈਗਾ, ਨਾ ਨਿਆਂ ਹੈ, ਨਾ ਨਿਆਂ ਪ੍ਰਣਾਲੀ ਹੈ, ਤੇ ਜੇ ਪ੍ਰਣਾਲੀ ਹੈ ਉਹਦੇ ਵਿੱਚ ਇਨਸਾਫ ਨਹੀਂ ਹੈ। ਇਨਸਾਫ ਦੀ ਗੱਲ ਆਪਾਂ ਕਰਦੇ ਹਾਂ, ਸਜ਼ਾਵਾਂ ਸਾਡੇ ਕੋਲ ਦੇਣ ਨੂੰ ਨਹੀਂ ਹੈ। ਵਿਧਾਨ ਸਭਾਵਾਂ ਦੇ ਵਿੱਚ ਠੰਡੇ ਬਸਤਿਆਂ ਦੇ ਵਿੱਚ ਅੱਜ ਵੀ ਉਹ ਕਾਨੂੰਨ ਪਿਆ ਹੈ। ਮੈਂ ਕਹਾਂਗਾ ਪੰਜਾਬ ਦੇ ਵਿਧਾਇਕ ਨੇ, ਕਿਸੇ ਪਾਰਟੀ ਦੇ ਵਿਧਾਇਕ ਨੇ ਅੱਜ ਚੂੰ ਤੱਕ ਨਹੀਂ ਕੀਤੀ। ਤੁਸੀਂ ਕੱਢ ਕੇ ਦੇਖ ਲਓ ਕਿ ਵਿਧਾਨ ਸਭਾ ਦੇ ਵਿੱਚ ਜਿਹੜਾ ਕਾਨੂੰਨ ਪਾਸ ਹੋਇਆ ਹੈ ਉਸ ਨੂੰ ਪੰਜਾਬ ਦੇ ਵਿੱਚ ਲਾਗੂ ਕਿਉਂ ਨਹੀਂ ਅੱਜ ਤੱਕ ਕੀਤਾ ਗਿਆ। ਸੋ ਇਸ ਦੇ ਵਿੱਚ ਕੋਈ ਰਾਕਟ ਸਾਇੰਸ ਨਹੀਂ ਹੈ। ਤੁਸੀਂ ਸਜ਼ਾ ਨੂੰ 3 ਸਾਲ ਤੋਂ ਵਧਾ ਕੇ 10 ਸਾਲ ਕਿਉਂ ਨਹੀਂ ਕੀਤੀ। ਗੱਲਾਂ ਬਾਤਾਂ ਬਹੁਤ ਹੁੰਦੀਆਂ ਨੇ। ਜਦੋਂ ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਹੋਈ ਸੀ, ਕਿ ਬਹੁਤ ਵੱਡੀ ਘਟਨਾ ਸੀ ਉਹ, ਉਸ ਵਕਤ ਸੁਖਜਿੰਦਰ ਰੰਧਾਵਾ ਉਸ ਵਕਤ ਜੇਲ੍ਹ ਮੰਤਰੀ ਹੋਇਆ ਕਰਦੇ ਸੀਗੇ, ਆਈ ਥਿੰਕ ਡਿਪਟੀ ਸੀਐਮ ਬਣ ਚੁੱਕੇ ਸੀਗੇ, ਚਰਨਜੀਤ ਚੰਨੀ ਦੀ ਸਰਕਾਰ ਹੈ। ਉਸ ਵਕਤ ਰੌਲਾ ਪਾਉਂਦੇ ਸਾਰੇ ਮੰਤਰੀ ਸੰਤਰੀ ਉੱਥੇ ਪਹੁੰਚ ਗਏ, ਫਿਰ ਦੁਹਾਈ ਸ਼ੁਰੂ ਕਰਤੀ ਜੀ ਅਸੀਂ ਸਜ਼ਾਵਾਂ ਨੂੰ ਵਧਾਵਾਂਗੇ, ਸਖਤ ਕਰਾਂਗੇ। ਸਿਰਫ ਲਿਪ ਸਰਵਿਸ, ਹੋਰ ਕੁਝ ਨਹੀਂ, ਜ਼ਮੀਨ ਤੇ ਕੁਝ ਨਹੀਂ ਹੋਇਆ। ਗੱਲਾਂ ਬਾਤਾਂ ਦੇ ਜ਼ਰੀਏ ਲੋਕਾਂ ਦਾ, ਜਾਂ ਕਹਿ ਸਕਦੇ ਕਿ ਨੈਰੇਟਿਵ ਦਾ ਢਿੱਡ ਇਹ ਲੋਕ ਭਰੀ ਜਾ ਰਹੇ ਨੇ। ਜੀ, ਤਾਂ ਰਿਤੇਸ਼ ਜੀ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਹਜੇ ਤੱਕ ਮਤਲਬ ਕਿ ਲੋਕਾਂ ਨੂੰ ਵੀ ਨਹੀਂ ਪਤਾ ਕੀ ਚੱਲ ਰਿਹਾ ਹੈਗਾ, ਉਹਨਾਂ ਨੂੰ ਸਿਰਫ ਇੱਕ ਇਸ਼ੂ ਦੇ ਰਾਹੀਂ ਭੜਕਾਇਆ ਜਾਂ ਸਟੇਟ 'ਚ ਇਸ ਮੁੱਦੇ ਦੇ ਉੱਤੇ ਬਹੁਤ ਜ਼ਿਆਦਾ ਅਨਰੈਸਟ ਹੁਣ ਤੱਕ ਵੀ ਹੈ, ਹੁਣ ਤੱਕ ਵੀ ਚੱਲ ਰਹੀ ਹੈ। ਤਾਂ 2 ਸਰਕਾਰਾਂ, ਤਾਂ ਕਾਂਗਰਸ ਦੀ ਸਰਕਾਰ ਵੀ ਇਸ ਮਸਲੇ ਦੇ ਉੱਤੇ ਡਿੱਗੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਵੀ, ਤੇ ਮੌਜੂਦਾ ਜਿਹੜੀ ਸਰਕਾਰ ਆਮ ਆਦਮੀ ਪਾਰਟੀ, ਜਿਸ ਤਰ੍ਹਾਂ ਉਹ ਇਸ ਚੀਜ਼ ਨੂੰ ਡੀਲ ਕਰ ਰਹੀ ਹੈ, ਇਸ ਨੈਰੇਟਿਵ ਨੂੰ, ਉਹਨੂੰ ਤੁਸੀਂ ਕਿਵੇਂ ਦੇਖਦੇ ਹੈਗੇ ਹੋ? ਉਹਦੀ ਆਮ ਫੁਟਿੰਗ ਆਦਮੀ ਕਿੰਨੀ ਪਾਰਟੀ ਦਾ ਸਟਰੋਂਗ ਹੈ? ਦੇਖੋ, ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਡੀਲ ਹੀ ਨਹੀਂ ਕਰ ਰਹੀ ਨੈਰੇਟਿਵ ਨੂੰ। ਡੀਲ ਕੀ ਕਰਨਾ, ਕੋਈ ਡੀਲ ਹੀ ਨਹੀਂ ਹੋ ਰਿਹਾ। ਕਿੱਥੇ ਡੀਲ ਹੋ ਰਿਹਾ? ਉਹ ਰਿਪੋਰਟ ਐਸਪੀਐਸ ਪਰਮਾਰ ਦੀ ਰਿਪੋਰਟ ਆਈ, ਮੁੱਖ ਮੰਤਰੀ ਨੇ ਫੋਟੋ ਜੀ ਖਿਚਵਾ ਲਈ, ਸਿੱਖ ਜਥੇਬੰਦੀਆਂ ਨੂੰ ਰਿਪੋਰਟ ਜੀ ਸਬਮਿਟ ਕਰਤੀ, ਤੇ ਉਸ ਤੋਂ ਬਾਅਦ ਕਿਸੇ ਨੇ ਇਹ ਨਹੀਂ ਪੁੱਛਿਆ ਵੀ ਤੁਸੀਂ ਕਿੰਨੇ ਕੇਸਾਂ ਦੇ ਵਿੱਚ ਸਜ਼ਾਵਾਂ ਹੋਈਆਂ ਨੇ। ਸੋ ਸਰਕਾਰ ਤਾਂ ਕੁਝ ਵੀ ਨਹੀਂ ਕਰ ਰਹੀ, ਨਥਿੰਗ, ਦੇ ਆਰ ਡੂਇੰਗ ਨਥਿੰਗ। ਮਤਲਬ ਮੈਨੂੰ ਨਹੀਂ ਲੱਗਦਾ ਸਰਕਾਰ, ਉਹ ਇਹ ਵੀ ਕਹਿ ਸਕਦੇ ਨੇ ਸਾਡੀ ਕੋਈ ਭੂਮਿਕਾ ਨਹੀਂ ਹੈ, ਲੇਕਿਨ ਰੌਲਾ ਤਾਂ ਇਹ ਹੈ ਨਾ ਵੀ ਅੱਜ ਸੁਪਰੀਮ ਕੋਰਟ ਕੋਲ ਇੱਕ ਆਧਾਰ ਸੀ। ਉਹ ਜਿਹੜੇ ਅਕਿਊਜ਼ ਨੇ ਉਹਨਾਂ ਕੋਲ ਆਧਾਰ ਹੈ ਕਿ ਜੀ ਅਸੀਂ ਆਪਣਾ ਕੇਸ ਪੰਜਾਬ ਦੇ ਵਿੱਚ ਨਹੀਂ ਲੜਨਾ, ਇੱਥੇ ਮਾਹੌਲ ਸਾਡੇ ਖਿਲਾਫ ਹੈ। ਜੇ ਸਾਨੂੰ ਅਦਾਲਤਾਂ ਨੇ ਬਰੀ ਵੀ ਕਰਤਾ ਨਾ, ਗੈਂਗਸਟਰਾਂ ਨੇ ਬਰੀ ਨਹੀਂ ਕਰਨਾ ਇਹਨਾਂ ਨੂੰ, ਜਾਂ ਜਿਹੜੇ ਕ੍ਰਿਮੀਨਲਸ ਨੇ ਬਰੀ ਨਹੀਂ ਕਰਨਾ। ਸਭ ਤੋਂ ਵੱਡੀ ਤਾਂ ਪੰਜਾਬ ਦੀ ਦੁਖਾਂਤ ਇਹ ਹੈ ਕਿ ਸਿਸਟਮ ਦੇ ਵਿੱਚ, ਵਿਵਸਥਾ ਦੇ ਵਿੱਚ, ਸਰਕਾਰਾਂ ਦੇ ਵਿੱਚ ਵਿਸ਼ਵਾਸ ਹੀ ਨਹੀਂ ਰਿਹਾ। ਸਜ਼ਾਵਾਂ ਦਿਵਾਉਣ ਦੀ, ਮੈਂ ਉਹੀ ਕਹਿ ਰਿਹਾ ਨਾ, ਅੱਗਾ ਦੌੜ ਤੇ ਪਿੱਛਾ ਚੌੜ ਵਾਲਾ ਕੰਮ ਹੋਇਆ ਇੱਥੇ, ਕਿ ਤੁਹਾਨੂੰ ਇਹ ਨਹੀਂ ਪਤਾ ਵੀ ਤੁਸੀਂ ਅੱਗੇ ਗਾਂਹ ਤੁਰੀ ਜਾਂਦੇ ਹੋ। ਸਜ਼ਾਵਾਂ ਤੁਸੀਂ ਆਪਣੇ ਵਿਧਾਨ ਸਭਾ ਦੇ ਵਿੱਚ 2 ਵਾਰ ਕਿਹੜੇ ਮਤੇ ਨਹੀਂ, ਬਿੱਲ ਪਾਸ ਕੀਤੇ, ਕਾਨੂੰਨ ਪਾਸ ਕੀਤੇ ਹੋਣ, ਤੇ ਅੱਜ ਉਹ ਠੰਡੇ ਬਸਤੇ ਵਿੱਚ ਪਏ ਹੁਣ। ਸਰਕਾਰਾਂ ਦੀ ਤੁਹਾਨੂੰ ਸੰਜੀਦਗੀ ਦਿਸ ਰਹੀ ਹੈ ਨਾ। ਤੇ ਆਹ ਦੇਖੋ ਹੁਣ ਤੇਰੇ ਕੁੰਵਰ ਵਿਜੇ ਪ੍ਰਤਾਪ ਦੇ ਜਿਹੜੇ ਬਿਆਨ ਆ ਰਹੇ ਨੇ, ਜੋ ਉਹਨਾਂ ਨੇ ਕਿਹਾ ਹੈ ਕਿ ਇੱਕ ਫ੍ਰੈਂਡਲੀ ਚਾਰਜ ਸ਼ੀਟ ਹੈ। ਕਿਹੜੇ ਕੇਸ? ਦੂਜੇ ਵੱਖਰਾ, ਜਿਹੜਾ ਬੇਅਦਬੀ ਨਹੀਂ, ਕੋਟਕਪੂਰੇ ਵਾਲਾ ਕੇਸ ਸੀਗਾ, ਜਿਹੜਾ ਕੋਟਕਪੂਰੇ ਚੌਂਕ ਦੀ ਫਾਇਰਿੰਗ ਵਾਲਾ ਕੇਸ ਸੀ। ਸੋ ਉਹ ਤੁਹਾਡਾ ਆਪਣਾ ਵਿਧਾਇਕ ਕਹਿ ਰਿਹਾ ਜੀ ਤੁਸੀਂ ਫ੍ਰੈਂਡਲੀ ਚਲਾਨ ਬਾਦਲਾਂ ਦੇ ਖਿਲਾਫ ਪੇਸ਼ ਕੀਤੇ ਨੇ। ਸੋ ਸਰਕਾਰ ਤਾਂ ਮੈਨੂੰ ਨਹੀਂ ਲੱਗਦਾ ਐਡਰੈਸ ਪ੍ਰੋਪਰਲੀ ਕਰ ਪਾ ਰਹੀ ਹੈ। ਕੀ ਹੋ ਸਕਦਾ ਸੀ ਬੈਟਰ ਐਡਰੈਸ? ਇਹ ਤਾਂ ਸਰਕਾਰ ਗੱਲ ਕਰੇ, ਸਹੀ ਫਾਲਟ ਲਾਈਨ ਜਾਂ ਸਹੀ ਨੁਕਤਿਆਂ ਦੀ ਗੱਲ ਹੋਣੀ ਚਾਹੀਦੀ ਹੈ, ਜੋ ਕਿ ਹੋ ਨਹੀਂ ਰਹੀ ਹੈ। ਅਨਫੋਰਚੂਨੇਟ ਚੀਜ਼ ਹੈ। ਉਂਝ ਭਾਵੇਂ ਰੌਲਾ ਸਾਰਾ ਪੂਰਾ ਦਿਨ ਬੇਅਦਬੀ ਦੇ ਇਹਦੇ ਇਨਸਾਫ ਦੀ ਗੱਲ ਆਪਾਂ ਕਰੀ ਚੱਲੀਏ, ਲੇਕਿਨ ਅਚੀਵ ਕੀ ਕੀਤਾ? ਨਥਿੰਗ। ਜੀ, ਤਾਂ ਤੁਹਾਨੂੰ ਲੱਗਦਾ ਵੀ ਇਹਦੇ ਉੱਤੇ ਕਦੇ ਸਹੀ ਮਾਇਨੇ 'ਚ ਗੱਲ ਹੋ ਸਕਦੀ ਹੈ? ਕਿਉਂਕਿ ਤੁਸੀਂ ਜਿਵੇਂ ਸਰਕਾਰਾਂ ਦਾ ਫਾਲਟ ਤੇ ਹੈ ਹੀ ਹੈ, ਦੇਖੋ ਸਰਕਾਰਾਂ ਦਾ ਫਾਲਟ ਤੇ ਹੈ ਹੀ ਹੈ, ਤੁਸੀਂ ਕਹਿ ਰਹੇ ਹੋ ਤਾਂ ਕੁਝ ਕਰ ਹੀ ਨਹੀਂ ਰਹੀਆਂ। ਐਟ ਦ ਸੇਮ ਟਾਈਮ ਲੋਕਾਂ ਨੂੰ ਵੀ ਨਹੀਂ ਪਤਾ ਵੀ ਇਸ ਮਸਲੇ ਦੇ ਉੱਤੇ, ਹਾਂ ਉਹ ਇਸ ਗੱਲ ਤੋਂ ਹਰਟ ਜ਼ਰੂਰ ਨੇ, ਪਰ ਉਹਨਾਂ ਨੂੰ ਗਹਿਰਾਈ 'ਚ ਇਸ ਮਸਲੇ 'ਚ ਕੀ ਹੋ ਰਿਹਾ ਹੈ, ਕੀ ਹੋ ਸਕਦਾ ਹੈ, ਲੀਗਲੀ ਕੀ, ਕਿੱਥੇ ਕਿੱਥੇ ਕੀ ਹੋਊਗਾ, ਉਸ ਦੇ ਉੱਤੇ ਉਹਨਾਂ ਨੂੰ ਵੀ ਪੂਰੀ ਜਾਣਕਾਰੀ ਨਹੀਂ ਹੈ। ਦੇਖੋ ਜੀ, ਲੋਕ ਜਾਂ ਜਿਹੜੇ ਆਮ ਲੋਕਾਂ ਦਾ ਇਹ ਕੰਮ ਨਹੀਂ ਹੈ। ਇਹ ਕੰਮ ਸਰਕਾਰਾਂ ਦੇ ਨੇ, ਇਨਸਾਫ ਦਿਵਾਉਣਾ ਨੰਬਰ 1, ਜਾਂ ਅਦਾਲਤੀ ਕਾਰਵਾਈ ਨੂੰ ਅੱਗੇ ਤੋਰਨਾ। ਵਕੀਲ ਰੱਖੇ ਨੇ, ਪ੍ਰੋਸੀਕਿਊਟਰਸ ਰੱਖੇ ਹੋਏ ਨੇ, ਐਡਵੋਕੇਟ ਜਨਰਲ ਦਾ ਇੱਕ ਆਫਿਸ ਹੁੰਦਾ ਹੈ, ਠੀਕ ਹੈ ਨਾ, ਲੱਖਾਂ ਰੁਪਏ ਦੀ ਤਨਖਾਹ ਲੈਂਦੇ ਨੇ, ਅਲੱਗ ਕੇਸ ਵਾਈਜ਼ ਅਲੱਗ ਮਿਲਦਾ ਹੈ। ਸਰਕਾਰ ਦੇ ਮਹਿਕਮੇ, ਮੰਤਰੀ ਸੰਤਰੀ, ਮੁੱਖ ਮੰਤਰੀ, ਇਹ ਤਾਂ ਕੰਮ ਉਹਨਾਂ ਦੇ। ਲੋਕਾਂ ਦੇ ਕੰਮ ਥੋੜਾ ਵੀ ਇਲਾਜ ਲੱਭਣ, ਇਲਾਜ ਤਾਂ ਸਰਕਾਰਾਂ ਨੇ ਦੇਣੇ ਹੈਗੇ। ਦੂਸਰਾ, ਬੇਅਦਬੀ ਦਾ ਜਿਹੜਾ ਇੱਕ ਬਹੁਤ ਵੱਡਾ ਦੁਖਾਂਤ ਇਹਨਾਂ ਕੇਸਾਂ ਦੇ ਮੁਤਲਕ, ਇਹਨਾਂ ਦੀ ਪੈਰਵੀ ਦੇ ਮੁਤਲਕ ਹੈ। ਇਹਨਾਂ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਕੋਈ ਅਜਿਹੀ ਘਟਨਾਵਾਂ ਹੁੰਦੀਆਂ ਨੇ। ਨਵੰਬਰ ਦਸੰਬਰ 2021 ਦੇ ਵਿੱਚ ਜਦੋਂ ਪੰਜਾਬ ਦਾ ਇਲੈਕਸ਼ਨ ਆਉਣ ਵਾਲਾ ਸੀ, ਕਈ ਘਟਨਾਵਾਂ ਹੋਈਆਂ, ਇਨਕਲੂਡਿੰਗ ਸ੍ਰੀ ਦਰਬਾਰ ਸਾਹਿਬ ਵਿਖੇ ਜਿਹੜੀ ਬੇਅਦਬੀ ਦੀ ਘਟਨਾ ਹੋਈ। ਤੁਸੀਂ ਦੇਖੋ ਵੀ ਉਹ ਸਾਰੀ ਦੀ ਸਾਰੀਆਂ ਘਟਨਾਵਾਂ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਚੋਣਾਂ ਤੋਂ ਪਹਿਲਾਂ ਆਰਕੈਸਟ੍ਰੇਟ ਕੀਤਾ ਗਿਆ ਸੀ। ਅੱਜ ਮੈਂ ਗੱਲ ਠੋਕ ਕੇ ਦਾਅਵੇ ਨਾਲ ਕਹਿ ਸਕਦਾ, ਬਹੁਤ ਸੇ ਅਜਿਹੀਆਂ ਘਟਨਾਵਾਂ ਉਸ ਵਕਤ ਹੋ ਰਹੀਆਂ ਸਨ। ਬੇਅਦਬੀ ਦੀ ਕੇਸ ਹੋਇਆ ਜੀ, ਬੇਅਦਬੀ ਉੱਥੇ ਸਿੰਘੂ ਬਾਰਡਰ ਹੋ ਗਈ,
ਤੇ ਉੱਥੇ ਕਿਸੇ ਬੰਦੇ ਨੂੰ ਤੁਸੀਂ ਕੱਟ ਵੱਢ ਕਰਤੀ ਉਹਦੀ। ਕਪੂਰਥਲੇ ਦੇ ਵਿੱਚ ਇੱਕ ਮੈਂਟਲ ਡੀਰੇਂਜਡ ਬੰਦਾ ਸੀਗਾ, ਉਹਦਾ ਮਾਨਸਿਕ ਬਾਅਦ ਦੇ ਵਿੱਚ ਪਤਾ ਲੱਗਾ, ਠੀਕ ਹੈ ਨਾ, ਉਹ ਉਸ ਕੇਸ ਦੇ ਵਿੱਚ ਉਸ ਬੰਦੇ ਨੂੰ ਮਾਰਤਾ। ਜਿਹੜਾ ਦਰਬਾਰ ਸਾਹਿਬ ਦੇ ਵਿੱਚ ਜਿਸ ਬੰਦੇ ਨੇ ਹਿਮਾਕਤ ਕੀਤੀ ਸੀ ਉਸ ਬੰਦੇ ਨੂੰ ਤਾਂ ਉਸੇ ਵਕਤ ਮਾਰਤਾ ਗਿਆ। ਇਹ ਚੀਜ਼ ਕਿਸੇ ਨੇ ਐਸਟੈਬਲਿਸ਼ ਨਹੀਂ ਹੋਣ ਦਿੱਤੀ। ਮੈਂ ਇਹ ਬਾਕਾਇਦਾ ਕਹਿ ਰਿਹਾ, ਔਨ ਰਿਕਾਰਡ ਕਹਿ ਰਿਹਾ ਕਿ ਮੁੱਦਾ ਇਹ ਨਹੀਂ ਸੀ ਵੀ ਉਹ ਬੰਦਾ ਉਸਨੇ ਬੇਦਬੀ ਕੀਤੀ, ਮੁੱਦਾ ਇਹ ਸੀ ਕਿ ਉਸ ਬੰਦੇ ਨੇ ਕਿਹਦੇ ਕਹੇ ਤੇ ਬੇਦਬੀ ਕੀਤੀ। ਜੇ ਐਸਜੀਪੀਸੀ ਦੀ ਟਾਸਕ ਫੋਰਸ ਫੜ ਕੇ ਉਸਨੂੰ ਲੋਕਾਂ ਦੇ ਹਵਾਲੇ ਕਰ ਦਿੰਦੀ ਹੈ ਜੋ ਕਿ ਉਹਨੂੰ ਮਾਰ ਦਿੰਦੇ ਨੇ, ਇਹਨੂੰ ਕਹਿੰਦੇ ਸੌਦਾ ਲਾਤਾ। ਉਸ ਤੋਂ ਬਾਅਦ ਇਹ ਇਸ਼ਤਿਹਾਰ ਦਿੱਤਾ ਜਾਂਦਾ ਹੈ ਐਸਜੀਪੀਸੀ ਵੱਲੋਂ ਕਿ ਅਸੀਂ ਜੀ 5 ਲੱਖ ਰੁਪਏ ਦਾ ਇਨਾਮ ਦਾਂਗੇ ਜੋ ਸਾਨੂੰ ਦੱਸੇਗਾ ਕਿ ਜੀ ਇਹ ਬੰਦਾ ਜਿਹੜਾ ਮਾਰਿਆ ਗਿਆ ਸਾਡੇ ਹੱਥੋਂ ਇਹ ਕੌਣ ਸੀ, ਇਹਦਾ ਪਿਛੋਕੜ ਕੀ ਸੀ, ਨੂੰ ਕਿਹਨੇ ਭੇਜਿਆ ਸੀ। ਕੈਨ ਯੂ ਬੀਟ ਇਟ? ਇਸ ਚੀਜ਼ ਨੂੰ ਸਮਝਿਆ ਜਾ ਸਕਦਾ ਹੈ ਵੀ ਤੁਸੀਂ ਜਿਹੜਾ ਬੰਦਾ ਤੁਹਾਡੇ ਹੱਥ ਦੇ ਵਿੱਚ ਆ ਗਿਆ ਸੀ, ਤੁਸੀਂ ਵੱਡੀ ਸਾਜ਼ਿਸ਼ ਨੂੰ ਬੇਨਕਾਬ ਕਰਨਾ ਸੀ, ਤੁਹਾਡੇ ਤੋਂ ਉਸ ਵਕਤ ਕੁਝ ਨਹੀਂ ਹੋਇਆ, ਤੁਸੀਂ ਉਹ ਬੰਦੇ ਨੂੰ ਮਰਨ ਦਿੱਤਾ ਜਾਂ ਮਾਰ ਦਿੱਤਾ, ਤੇ ਉਸ ਤੋਂ ਬਾਅਦ ਤੁਸੀਂ 5 ਲੱਖ ਰੁਪਏ ਦਾ ਇਸ਼ਤਿਹਾਰ ਮਤਲਬ ਕਿਹਦੀ ਅੱਖਾਂ ਦੇ ਵਿੱਚ ਧੂੜ ਝੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਹ ਜਿੰਨੀਆਂ ਘਟਨਾਵਾਂ ਹੋਈਆਂ, ਮੈਂ ਇਸ ਵਾਸਤੇ ਇਹ ਚੀਜ਼ ਨੂੰ ਜ਼ਿਕਰ ਕਰ ਰਿਹਾ ਕਿਉਂਕਿ ਬੇਅਦਬੀ ਦਾ ਇੱਕ ਪੂਰਾ ਦਾ ਪੂਰਾ ਨੈਰੇਟਿਵ ਪੋਲੀਟੀਕਲ ਲਾਹਾ ਲੈਣ ਲਈ ਸਰਕਾਰਾਂ ਨੇ ਵੀ ਵਰਤਿਆ, ਪੋਲੀਟੀਕਲ ਪਾਰਟੀਆਂ ਨੇ ਵੀ ਵਰਤਿਆ। ਹਰ ਪੋਲੀਟੀਕਲ ਪਾਰਟੀ ਜਿਹੜੀ ਕਿ ਸਰਕਾਰ ਬਣਾਉਣਾ ਚਾਹੁੰਦੀ ਸੀ, ਜਿਹਨੇ ਸਰਕਾਰ ਬਣਾਈ, ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿੱਚ ਉਸ ਵਕਤ ਹੁੰਦੇ ਸੀ, ਉਹ ਸ਼ਾਮਲ ਨੇ, ਅੱਜ ਭਗਵੰਤ ਮਾਨ, ਇਹਨਾਂ ਨੇ ਬੇਅਦਬੀ ਦੇ ਮੁੱਦਿਆਂ ਤੇ ਸਿਰਫ ਪੋਲਿਟਿਕਸ ਹੀ ਕੀਤੀ ਹੈ, ਹੋਰ ਕੁਝ ਨਹੀਂ ਕੀਤਾ। ਅਕਾਲੀ ਦਲ ਇਸ ਮੁੱਦੇ ਤੇ ਕੁਝ ਨਾ ਕਰ ਸਕਦਾ ਸੀ, ਨਾ ਉਹ ਕਰੇਗਾ, ਕਿਉਂਕਿ ਉਹ ਇਸ ਮਾਮਲੇ ਦੇ ਵਿੱਚ ਖੁਦ ਕਟਹਿਰੇ ਦੇ ਵਿੱਚ ਖੜਾ ਹੈ। ਸੋ ਸਾਰੀ ਦੀ ਸਾਰੀ ਪੋਲੀਟੀਕਲ ਪਾਰਟੀਆਂ ਤੇ ਸਾਡਾ ਨਿਜ਼ਾਮ ਫੇਲ ਹੋਇਆ ਹੈ। ਤੇ ਇਹ ਜਿਹੜੀਆਂ ਮੈਂ ਛੋਟੇ ਛੋਟੇ ਜ਼ਿਕਰ ਕੀਤੇ, ਬਹੁਤ ਵੱਡੀ ਘਟਨਾ ਸੀ ਦਰਬਾਰ ਸਾਹਿਬ 'ਚ ਹੋਇਆ, ਲੇਕਿਨ ਉਸ ਦੀ ਪੜਤਾਲ ਅੱਜ ਕਿੱਥੇ ਹੈ? ਅੱਜ ਪੁੱਛੋ ਜਾ ਕੇ ਅੰਮ੍ਰਿਤਸਰ ਦੇ ਅਧਿਕਾਰੀਆਂ ਤੋਂ ਕਿ ਉਹ ਲੱਭ ਪਾਏ। ਤੁਸੀਂ ਖੁਦ ਬੰਦੇ ਨੂੰ ਜਿਹੜਾ ਸਭ ਤੋਂ ਵੱਡਾ ਗਵਾਹ ਸੀ, ਸਭ ਤੋਂ ਵੱਡਾ ਸਬੂਤ ਸੀ, ਉਸ ਨੂੰ ਨਾਲ ਦੇ ਨਾਲ ਖਤਮ ਕੀਤਾ ਗਿਆ। ਮੈਂ ਕਹਾਂਗਾ ਇੱਕ ਸਾਜ਼ਿਸ਼ਨ ਤਰੀਕੇ ਦੇ ਨਾਲ। ਇਹਦੇ ਵਿੱਚ ਕੋਈ ਰਾਕਟ ਸਾਇੰਸ ਨਹੀਂ ਹੈ ਸਮਝਣ ਦੇ ਵਿੱਚ ਵੀ। ਤੁਸੀਂ ਉਸ ਬੰਦੇ ਨੇ ਇੱਕ ਹਰਕਤ ਕੀਤੀ, ਉੱਥੇ ਜੰਪ ਕਰਦਾ, ਤੁਸੀਂ ਉਹਨੂੰ ਫੜ ਕੇ ਉਸ ਨੂੰ ਮਾਰ ਦਿੰਦੇ ਹੋ, ਐਂਡ ਆਫਟਰ ਦੈਟ ਵਾਟ ਹੈਪਨਸ? ਤੁਸੀਂ ਫਿਰ ਇਸ਼ਤਿਹਾਰ ਦੇ ਰਹੇ ਹੋ, ਮਤਲਬ ਵੀ ਇਹਨੂੰ ਲੱਭੋ ਸੀ ਵੀ ਜੀ ਤੁਸੀਂ ਮੇਰੇ ਸਾਹਮਣੇ ਬੈਠੇ, ਮੈਂ ਤੁਹਾਡੇ ਤੋਂ ਪੁੱਛ ਲਾਂ, ਸਖਤੀ ਕਰਕੇ ਪੁੱਛ ਲਓ ਵੀ ਤੂੰ ਭਰਾ ਕਿੱਥੋਂ ਆਇਆ, ਤੈਨੂੰ ਕਿਹੜੇ ਭੇਜਿਆ, ਤੇਰੇ ਪਿੱਛੇ ਕੌਣ ਹੈ, ਤੇਰਾ ਪਿਛੋਕੜ ਕੀ ਹੈ, ਉਸ ਚੀਜ਼ ਨੂੰ ਵੈਰੀਫਾਈ ਕਰਦੇ। ਉਸ ਵਕਤ ਕਿਸੇ ਨੇ ਕੀਤਾ ਨਹੀਂ, ਬਾਅਦ ਦੇ ਵਿੱਚ ਇਸ਼ਤਿਹਾਰਬਾਜ਼ੀ ਹੋ ਰਹੀ ਹੈ। ਇਹੀ ਅਨੁਰਾਗ ਕੁਸ਼ਤੀ ਹੈ ਜੋ ਕਿ ਇਹ ਪੋਲੀਟੀਸ਼ੀਅਨਸ ਇੰਨੇ ਸਾਲਾਂ ਤੋਂ ਕਰਦੇ ਆ ਰਹੇ ਨੇ ਤੇ ਕਰਦੇ ਰਹਿਣਗੇ। ਇਸ ਵਾਸਤੇ ਇਹਨਾਂ ਮੁਤਲਕ ਭਾਵੁਕ ਜਿਹੜੇ ਲੋਕ ਹੈਗੇ ਨੇ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਨੂੰ ਭੰਗ ਹੋਣ ਤੋਂ ਆਹਤ ਹੁੰਦੇ ਨੇ, ਉਹਨਾਂ ਦੀ ਇਮੋਸ਼ਨਸ ਨਾਲ ਖੇਲਿਆ ਜਾ ਰਿਹਾ, ਹੋਰ ਕੁਝ ਨਹੀਂ ਕੀਤਾ ਜਾ ਰਿਹਾ। ਜੀ ਬਹੁਤ ਬਹੁਤ ਧੰਨਵਾਦ ਰਿਤੇਸ਼ ਜੀ, ਸਾਰੇ ਵਿਸ਼ੇ ਉੱਤੇ ਚਾਨਣ ਪਾਉਣ ਵਾਸਤੇ, ਐਡਰੈਸ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ। ਧੰਨਵਾਦ।